It's your body, Holy Baba. ਇਹ ਪਹਿਲਾ ਇਹੋ ਜਿਹਾ ਸਾਲ 2021 ਦੁਨੀਆ ਦੇ ਇਤਿਹਾਸ 'ਚ ਮੇਰੇ ਖਿਆਲ ਨਾਲ ਚੜ੍ਹਿਆ ਜਿਹੜੇ ਇੱਕ ਪੂਰੇ ਦੇਸ਼ ਦਾ ਅੰਨਦਾਤਾ ਕਹਿਲਾਇਆ ਜਾਣ ਵਾਲਾ ਕਿਸਾਨ ਸੜਕਾਂ ਤੇ ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਕੁੰਡਲੀ ਬਾਰਡਰ ਤੇ ਬੈਠਾ ਹੋਵੇ ਤੇ ਤਾਨਾਸ਼ਾਹ ਸਰਕਾਰਾਂ ਜਿਹੜੀਆਂ ਹੈਗੀਆਂ ਉਸ ਮੰਜ਼ਰ ਨੂੰ ਉਸ ਦਰਦਨਾਕ ਮਾਹੌਲ ਨੂੰ ਦੇਖ ਹੀ ਨਾ ਪਾ ਰਹੀਆਂ। ਹੁਣ ਇਸੇ ਕਰਕੇ ਤੇ ਮੈਂ ਲਿਖ ਕੇ ਇਸ ਮਾਡਲ ਦੇ ਥਰੂ ਦਰਸਾਇਆ ਕਿ ਤਾਨਾਸ਼ਾਹੀ ਬੰਦ ਕਰੋ। ਸਾਡੇ ਲਈ ਕਾਹਦਾ ਹੈਪੀ ਨਿਊ ਈਅਰ। ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੇ ਛੋਟੇ ਛੋਟੇ ਬੱਚੇ 80-80 ਸਾਲ ਦੇ ਬਜ਼ੁਰਗ ਉੱਤੇ ਸੜਕਾਂ ਤੇ ਠੰਡ ਦੇ ਵਿੱਚ ਬੈਠੇ ਆ। ਸਾਡੇ ਲਈ ਕੋਈ ਨਵਾਂ ਸਾਲ ਨਹੀਂ। ਸਰਕਾਰਾਂ ਆਪਣੇ ਰਵੱਈਏ ਤੇ ਅੜੀਆਂ ਹੋਈਆਂ ਤੇ ਆਪਣੇ ਬਿੱਲਾਂ ਤੋਂ ਬਿਲਕੁਲ ਵੀ ਇੱਕ ਕਦਮ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ। ਇਹਦਾ ਕਿਤੇ ਨਾ ਕਿਤੇ ਉਹ ਨਾ ਹੋਵੇ ਖਮਿਆਜਾ ਗਲਤ ਤਰੀਕੇ ਨਾਲ ਉਹਨਾਂ ਨੂੰ ਭੁਗਤਣਾ ਪੈ ਜੇ। ਕਿਸਾਨੀ ਦਾ ਜੋ ਮੇਨ ਔਜ਼ਾਰ, ਜੋ ਟੂਲ ਦਾਤਰੀ ਕਿਹਾ ਜਾਂਦਾ ਜਿਹਨੂੰ, ਉਹਨੂੰ ਗੁਲਾਮੀ ਦੀਆਂ ਬੇੜੀਆਂ ਹੇਠ ਨਵੇਂ ਕਿਸਾਨ ਮਾਰੂ ਕਾਨੂੰਨਾਂ ਦੇ ਹੇਠ ਜਕੜ ਦਿੱਤਾ ਗਿਆ ਤੇ MSP ਨੇ ਇਸ ਕਿਸਾਨੀ ਨੂੰ ਤਾਲਾ ਲਾਤਾ। ਕੀ ਇਹ ਟੈਰਰਿਸਟ ਨੇ? ਟੈਰਰਿਸਟ ਲੋਕਾਂ ਨੂੰ ਖਾਣਾ ਖਵਾਉਂਦੇ ਨੇ, ਲੰਗਰ ਲਾਉਂਦੇ ਨੇ। ਜਾਓ ਜਾ ਕੇ ਦਿੱਲੀ ਦੇ ਝੁੱਗੀ ਬਸਤੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਪੁੱਛ ਕੇ ਦੇਖੋ। ਉਹ ਕਹਿੰਦੇ ਜਦੋਂ ਦੇ ਇੱਥੇ ਕਿਸਾਨਾਂ ਨੇ ਧਰਨਾ ਲਾਇਆ ਸਾਨੂੰ ਰੋਟੀ ਚੱਜ ਦੀ ਰੱਜ ਕੇ ਉਦੋਂ ਨਸੀਬ ਹੋਣ ਲੱਗੀ ਹੈ। ਅੱਜ ਜੇ ਲੋਕ ਲੱਖਾਂ ਦੀ ਤਾਦਾਦ 'ਚ ਪੰਜਾਬ 'ਚ ਜੀਓ ਦੇ ਕਨੈਕਸ਼ਨ ਕਟਾ ਰਹੇ ਨੇ ਕਿਉਂਕਿ ਸਰਕਾਰਾਂ ਨੂੰ ਸੇਕ ਲੱਗ ਰਿਹਾ। ਵੀ ਬੋਲੀ ਹੋਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਔਰ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਦਿੱਲੀ ਦੇ ਵਿੱਚ ਕਿਸਾਨ ਜਿਹੜੇ ਨੇ ਅੰਦੋਲਨ ਦੇ ਵਿੱਚ ਬੈਠੇ ਹੋਏ ਨੇ ਔਰ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਉੱਥੇ ਡਟੇ ਹੋਏ ਨੇ। ਅੱਜ ਇਸ ਤਰ੍ਹਾਂ ਦਾ ਇਹ ਮਾਹੌਲ ਜਿਹੜਾ ਹੈਗਾ ਕਰੇਟ ਕਹਿ ਸਕਦੇ ਹਾਂ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ, ਚਾਹੇ ਦਿੱਲੀ ਨਹੀਂ ਗਏ ਲੇਕਿਨ ਅੰਮ੍ਰਿਤਸਰ ਦੇ ਵਿੱਚ ਵੀ ਲੋਕ ਜਿਹੜੇ ਨੇ ਕਿਸਾਨਾਂ ਦਾ ਸਾਥ ਦੇ ਰਹੇ ਨੇ। ਆਪਾਂ ਦਿਖਾਉਂਦੇ ਹਾਂ ਤੁਹਾਨੂੰ ਪਹਿਲੇ ਥੋੜ੍ਹਾ ਜਿਹਾ ਕਿ ਇਹ ਦੇਖੋ ਜਿਸ ਤਰ੍ਹਾਂ ਲਿਖਿਆ ਕਿ ਨੋ ਹੈਪੀ ਨਿਊ ਈਅਰ। ਇਸ ਤੋਂ ਬਾਅਦ ਕਿਸਾਨ ਬਚਾਓ ਦੇਸ਼ ਬਚਾਓ, ਕਾਲੇ ਕਾਨੂੰਨ ਵਾਪਸ ਲਓ, ਬਲੈਕ ਡੇ ਫਾਰ ਫਾਰਮਰਸ, ਤਾਨਾਸ਼ਾਹੀ ਬੰਦ, ਕਿਸਾਨ ਬਚਾਓ ਦੇਸ਼ ਬਚਾਓ। ਮਤਲਬ ਇਸ ਤਰ੍ਹਾਂ ਦੇ ਜਿਹੜੇ ਸਲੋਗਨ ਜਿਹੜੇ ਹੈਗੇ ਆ ਉਹ ਅਸੀਂ ਦੇਖ ਰਹੇ ਹਾਂ ਕਿ ਇਸ ਇੱਕ ਆਪਣੀ ਕਲਾਕਾਰੀ ਦੇ ਰਾਹੀਂ ਜਿਹੜੇ ਹੈਗੇ ਆ ਉਹ ਕੀਤੇ ਨੇ। ਤੇ ਆਓ ਗੁਰਪ੍ਰੀਤ ਨਾਲ ਗੱਲ ਕਰਦੇ ਹਾਂ ਕਿ ਕੀ ਕਹਿਣਾ ਵਾ ਉਹਨਾਂ ਦਾ ਇਸ ਬਾਰੇ। ਹਾਂਜੀ ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ ਜੀ, ਜਿਹੜਾ ਤੁਸੀਂ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਕਿ ਕਿਸਾਨਾਂ ਦਾ ਜੋ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਇੱਕ ਹਿੱਸਾ ਪਾਉਣ ਵਾਸਤੇ ਤੁਸੀਂ ਚਾਹੇ ਅੰਮ੍ਰਿਤਸਰ 'ਚ ਬੈਠੇ ਜੇ, ਕੀ ਕੁਛ ਕਰ ਰਹੇ ਜੇ? ਮੈਂ ਜੀ ਇਹ ਕਹਿਣਾ ਚਾਹੂੰਗਾ ਕਿ ਬੜੇ ਸਾਲਾਂ ਤੋਂ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਦੇ ਵਿੱਚ ਰਹਿ ਰਹੇ ਹਾਂ ਤੇ ਅਨੇਕਾਂ ਵਾਰੀ ਨਵੇਂ ਸਾਲ ਦੀਆਂ ਵਧਾਈਆਂ ਜ਼ੋਰਾਂ ਸ਼ੋਰਾਂ ਨਾਲ, ਹੱਸੀਆਂ ਖੁਸ਼ੀਆਂ ਦੇ ਨਾਲ, ਚਾਵਾਂ ਦੇ ਨਾਲ ਲੋਕਾਂ ਨੂੰ ਦੇਈ ਦੀਆਂ। ਇਹ ਪਹਿਲਾ ਇਹੋ ਜਿਹਾ ਸਾਲ 2021 ਦੁਨੀਆ ਦੇ ਇਤਿਹਾਸ 'ਚ ਮੇਰੇ ਖਿਆਲ ਨਾਲ ਚੜ੍ਹਿਆ ਜਿਹੜੇ ਇੱਕ ਪੂਰੇ ਦੇਸ਼ ਦਾ ਅੰਨਦਾਤਾ ਕਹਿਲਾਇਆ ਜਾਣ ਵਾਲਾ ਕਿਸਾਨ ਸੜਕਾਂ ਤੇ ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਕੁੰਡਲੀ ਬਾਰਡਰ ਤੇ ਬੈਠਾ ਹੋਵੇ ਤੇ ਤਾਨਾਸ਼ਾਹ ਸਰਕਾਰਾਂ ਜਿਹੜੀਆਂ ਹੈਗੀਆਂ ਉਸ ਮੰਜ਼ਰ ਨੂੰ, ਉਸ ਦਰਦਨਾਕ ਮਾਹੌਲ ਨੂੰ ਦੇਖ ਹੀ ਨਾ ਪਾ ਰਹੀਆਂ। ਹੁਣ ਇਸੇ ਕਰਕੇ ਤੇ ਮੈਂ ਲਿਖ ਕੇ ਇਸ ਮਾਡਲ ਦੇ ਥਰੂ ਦਰਸਾਇਆ ਕਿ ਤਾਨਾਸ਼ਾਹੀ ਬੰਦ ਕਰੋ। ਉਹ ਕਿਸਾਨਾਂ ਦੀ ਜਿਹੜੀ ਪੁਕਾਰ ਹੈਗੀ ਪਿਛਲੇ 30-35 ਦਿਨਾਂ ਤੋਂ ਚੀਖ ਕੇ ਪੁਕਾਰ ਕੇ ਕਹਿ ਰਹੇ ਆ ਕਿ ਸਾਨੂੰ ਜਿਹੜੇ ਕਿਸਾਨ ਮਾਰੂ ਬਿੱਲ ਹੈ ਇਹ ਨਹੀਂ ਚਾਹੀਦੇ ਦੇਸ਼ ਦੇ ਵਿੱਚ, ਇਹ ਕਿਉਂ ਲਾਗੂ ਹੋਏ ਹੈ। ਲੇਕਿਨ ਸਰਕਾਰਾਂ ਨਹੀਂ ਸੁਣ ਰਹੀਆਂ। ਉਸ ਨੂੰ ਦਰਸਾਉਣਾ, ਉਹ ਮਾਹੌਲ ਨੂੰ ਦਰਸਾਉਂਦਾ ਕਿ ਨੋ ਹੈਪੀ ਨਿਊ ਈਅਰ। ਸਾਡੇ ਲਈ ਕਾਹਦਾ ਹੈਪੀ ਨਿਊ ਈਅਰ। ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੇ ਛੋਟੇ ਛੋਟੇ ਬੱਚੇ 80-80 ਸਾਲ ਦੇ ਬਜ਼ੁਰਗ ਉੱਤੇ ਸੜਕਾਂ ਤੇ ਠੰਡ ਦੇ ਵਿੱਚ ਬੈਠੇ ਆ। ਸਾਡੇ ਲਈ ਕੋਈ ਨਵਾਂ ਸਾਲ ਨਹੀਂ। ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਹੈਗੇ ਸਾਡੇ ਉੱਥੇ ਕਿਸਾਨ ਜਿਹੜੇ ਨੇ, ਚਾਹੇ ਕੁਛ ਬੱਚੇ ਨੇ, ਚਾਹੇ ਕੁਛ ਸਾਡੀਆਂ ਭੈਣਾਂ ਨੇ, ਉੱਥੇ ਮਾਤਾਵਾਂ ਵੀ ਗਈਆਂ ਨੇ, ਲੇਕਿਨ ਕੁਛ ਜਿਹੜੇ ਹੈਗੇ ਸਾਨੂੰ ਅਲਵਿਦਾ ਕਹਿ ਗਏ ਨੇ। ਲੇਕਿਨ ਹਜੇ ਵੀ ਜਿਹੜੀ ਹੈ ਸਰਕਾਰ ਜਿਹੜੀ ਹੈਗੀ ਆ ਹਜੇ ਵੀ ਕਿਸੇ ਚੀਜ਼ 'ਤੇ ਮੰਨਣ 'ਤੇ ਰਾਜ਼ੀ ਨਹੀਂ ਹੈ। ਸੰਘਰਸ਼ ਦੇ ਵਿੱਚ ਇਸ ਦੁਨੀਆ ਤੋਂ ਅਲਵਿਦਾ ਕਿਹਾ ਹੋਇਆ ਇੱਕ ਪ੍ਰਾਣੀ, ਇੱਕ ਬਜ਼ੁਰਗ, ਇੱਕ ਮਾਤਾ ਨੂੰ ਜਿੱਥੇ ਮੈਂ ਸਿਜਦਾ ਕਰਦਾ ਹਾਂ ਤਹਿ ਦਿਲੋਂ ਨਮ ਅੱਖਾਂ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ। ਉਹਦੇ ਨਾਲ ਕਹਿਣਾ ਚਾਹੂੰਗਾ ਕਿ ਇੱਕ ਮੌਤ ਦਾ ਜ਼ਿੰਮੇਦਾਰ, ਇੱਕ ਸ਼ਹਾਦਤ ਦਾ ਜ਼ਿੰਮੇਦਾਰ। ਮੈਂ ਸ਼ਹਾਦਤ ਵਰਡ ਇਸਤੇਮਾਲ ਕਰੂੰਗਾ ਕਿਉਂਕਿ ਉਹ ਸੰਘਰਸ਼ ਦੇ ਵਿੱਚ ਜੂਝਦੇ ਹੋਏ ਇਸ ਦੁਨੀਆ ਤੋਂ ਗਏ ਹੈ ਤੇ ਸੰਘਰਸ਼ ਦੇ ਹੋਏ ਜੂਝਦੇ ਹੋਏ ਜਿਹੜੇ ਲੋਕ ਇੱਥੋਂ ਦੁਨੀਆ ਤੋਂ ਗਏ ਹੈ ਉਹਨਾਂ ਦਾ ਜ਼ਿੰਮੇਦਾਰ ਕੇਂਦਰ ਸਰਕਾਰ ਹੈ ਕਿਉਂਕਿ ਉਹਨਾਂ ਨੂੰ ਕਹਿਣ ਦੇ ਬਾਵਜੂਦ, ਲੱਖ ਵਾਰ ਸਮਝਾਉਣ ਦੇ ਬਾਵਜੂਦ ਸਰਕਾਰਾਂ ਆਪਣੇ ਰਵੱਈਏ ਤੇ ਅੜੀਆਂ ਹੋਈਆਂ
ਤੇ ਆਪਣੇ ਬਿੱਲਾਂ ਤੋਂ ਬਿਲਕੁਲ ਵੀ ਇੱਕ ਕਦਮ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ। ਇਹਦਾ ਕਿਤੇ ਨਾ ਕਿਤੇ ਉਹ ਨਾ ਹੋਵੇ ਖਮਿਆਜਾ ਗਲਤ ਤਰੀਕੇ ਨਾਲ ਉਹਨਾਂ ਨੂੰ ਭੁਗਤਣਾ ਪੈ ਜੇ। ਜਿਹੜੀ ਤੁਸੀਂ ਆਪਣੀ ਕਲਾਕਾਰੀ ਦੇ ਨਾਲ ਜੋ ਕੁਝ ਬਣਾਇਆ, ਕੀ ਕੁਝ ਦਰਸਾਉਣਾ ਔਰ ਕੀ ਕੁਝ ਲੋਕਾਂ ਨੂੰ ਦੱਸਣਾ ਚਾਹੁੰਦੇ ਤੁਸੀਂ? ਮੈਂ ਇਹਦੇ ਵਿੱਚ ਇਹ ਦਿਖਾਇਆ ਕਿ ਜੋ ਕਿਸਾਨੀ ਹੈ, ਕਿਸਾਨੀ ਦਾ ਜੋ ਮੇਨ ਔਜ਼ਾਰ, ਜੋ ਟੂਲ ਦਾਤਰੀ ਕਿਹਾ ਜਾਂਦਾ ਜਿਹਨੂੰ, ਉਹਨੂੰ ਗੁਲਾਮੀ ਦੀਆਂ ਬੇੜੀਆਂ ਹੇਠ ਨਵੇਂ ਕਿਸਾਨ ਮਾਰੂ ਕਾਨੂੰਨਾਂ ਦੇ ਹੇਠ ਜਕੜ ਦਿੱਤਾ ਗਿਆ ਤੇ MSP ਨੇ ਇਸ ਕਿਸਾਨੀ ਨੂੰ ਤਾਲਾ ਲਾਤਾ, ਕਿਉਂਕਿ ਉਹ ਤਾਲਾ ਉਦੋਂ ਤੱਕ ਨਹੀਂ ਖੁੱਲੂਗਾ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਲਏ ਜਾਣਗੇ। ਤੇ ਉਹ ਨਾ ਹੋਵੇ ਆਉਣ ਵਾਲੇ ਟਾਈਮ 'ਚ ਜਿਹੜਾ ਆਟਾ ਸਾਨੂੰ 250 ਰੁਪਏ ਦਾ 10 ਕਿਲੋ ਮਿਲਦਾ ਤੇ 800 ਦਾ ਮਿਲੇ, ਕਿਉਂਕਿ ਇਹ ਜੋ ਹੈ ਜਿਵੇਂ ਰਿਲਾਇੰਸ ਦੀ ਜੀਓ ਸ਼ੁਰੂ ਦੇ ਵਿੱਚ ਆ ਕੇ ਇਹਨਾਂ ਨੇ ਫ੍ਰੀ 'ਚ ਵੰਡੀ, ਲੋਕਾਂ ਨੂੰ ਆਦਤ ਪਾ ਕੇ ਤੇ ਅੱਜ ਉਹੀ 700 ਰੁਪਏ ਦੇ ਪੈਕੇਜ ਦਿੰਦੇ ਆ। ਇਸੇ ਤਰ੍ਹਾਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਪਏ ਆ ਕਿ ਇਹ ਕਾਨੂੰਨ ਤੁਹਾਨੂੰ ਸਮਝ ਨਹੀਂ ਆ ਰਹੇ। ਕੀ ਗੱਲ ਆ, ਲੋਕੀ ਮੂਰਖ ਹੈ? ਲੋਕਾਂ ਨੂੰ ਸਭ ਸਮਝ ਆ ਰਹੇ ਆ। ਇਹਨਾਂ ਦੀ ਜਿਹੜੀ ਤਾਨਾਸ਼ਾਹੀ ਹੈ ਹੁਣ ਬੰਦ ਹੋਣੀ ਚਾਹੀਦੀ ਹੈ। ਲੋਕਾਂ ਦੇ ਜਿਹੜੇ ਕਾਨੂੰਨ ਭਜਾਉਣ ਦੇ ਲਈ ਜਿਹੜੇ ਜੋ ਮੈਸੇਜ ਹੈ ਸੁਣਨੇ ਚਾਹੀਦੇ ਸਰਕਾਰਾਂ ਨੂੰ। ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਕਾਲੇ ਕਾਨੂੰਨ ਵਾਪਸ ਲਓ। ਬਲੈਕ ਡੇ ਫॉर ਫਾਰਮਰ ਸਾਡੇ ਲਈ ਕਾਹਦਾ ਨਵਾਂ ਦਿਨ ਹੈ? ਸਾਡਾ ਬਜ਼ੁਰਗ, ਸਾਡਾ ਸਾਰਾ ਪੰਜਾਬ, ਸਾਡੀਆਂ ਸਾਰੀਆਂ ਸਟੇਟਾਂ, ਹਰਿਆਣੇ ਦੇ, ਯੂਪੀ ਤੋਂ ਲੋਕ, ਹੋਰ ਅਲੱਗ-ਅਲੱਗ ਸਟੇਟਾਂ ਤੋਂ, ਪੰਜਾਬ ਤੋਂ ਲੋਕ, ਬਜ਼ੁਰਗ ਉੱਥੇ ਜਾ ਕੇ 1 ਡਿਗਰੀ ਟੈਂਪਰੇਚਰ ਤੇ ਬੈਠੇ। ਸਾਡੇ ਲਈ ਕਾਹਦਾ ਨਵਾਂ ਸਾਲ? ਇਸ ਕਰਕੇ ਸਾਡਾ ਨਵਾਂ ਸਾਲ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਸਾਨੂੰ ਨਜ਼ਰ ਆ ਰਿਹਾ। ਜਿਸ ਤਰ੍ਹਾਂ ਕਿ ਸਾਨੂੰ ਵੀ ਉੱਥੇ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਸੀ ਔਰ ਅਸੀਂ ਜੋ ਉੱਥੇ ਦੇਖਿਆ ਕਿ ਕਿਸਾਨ ਜਿਹੜੇ ਨੇ ਬੜੇ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਹੈਗਾ ਉੱਥੇ ਆਪਣਾ, ਅਸੀਂ ਉਹਨੂੰ ਰੋਸ ਪ੍ਰਦਰਸ਼ਨ ਤੇ ਕਹਿ ਸਕਦੇ ਹਾਂ, ਲੇਕਿਨ ਬੜੇ ਸ਼ਾਂਤਮਈ ਢੰਗ ਦੇ ਨਾਲ ਉੱਥੇ ਕਿਸੇ ਵੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆ ਰਹੀ। ਈਵਨ ਕਿ ਜਿਹੜੇ ਲੋਕਲ ਉੱਥੇ ਲੋਕੀ ਨੇ ਉਹ ਵੀ ਕਿਸਾਨਾਂ ਦੇ ਬਾਰੇ ਦੇ ਵਿੱਚ ਹੀ ਗੱਲਾਂ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਕਿਸਾਨ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਵਾਸਤੇ ਜੋ ਵੀ ਜਿਸ ਤਰੀਕੇ ਨਾਲ ਬੈਠੇ ਨੇ ਉਹਨਾਂ ਨੂੰ ਕਰਨਾ ਚਾਹੀਦਾ। ਜਿੱਥੇ ਸਰਕਾਰਾਂ ਸਾਡੇ ਆਵਾਮ ਦੀਆਂ, ਸਾਡੀ ਪਬਲਿਕ ਦੀਆਂ, ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ, ਮੈਂ ਤਾਂ ਇੱਕ ਚੀਜ਼ ਦੇਖ ਕੇ ਹੋਰ ਹੈਰਾਨ ਹੈਗਾ ਕਿ ਜਿੱਥੇ ਕਿਸਾਨਾਂ ਦੇ ਹੱਕ 'ਚ ਸਰਕਾਰਾਂ ਨੂੰ ਨਿਤਰਨਾ ਚਾਹੀਦਾ, ਇਹਨਾਂ ਦੀ ਵਿਕੀ ਹੋਈ ਜਿਹੜੀ ਮੀਡੀਆ ਹੈਗੀ, ਕੁਛ ਗਿਣੇ ਚੁਣੇ ਲੋਕ ਜਿਹੜੇ ਹੈਗੇ ਆ, ਉਹ ਸਾਡੇ ਲੋਕਾਂ ਨੂੰ ਆਤੰਕਵਾਦੀ ਕਰੀ ਜਾਂਦੇ। ਕੀ ਇਹ ਟੈਰਰਿਸਟ ਨੇ? ਟੈਰਰਿਸਟ ਲੋਕਾਂ ਨੂੰ ਖਾਣਾ ਖਵਾਉਂਦੇ ਨੇ, ਲੰਗਰ ਲਾਉਂਦੇ ਨੇ। ਜਾਓ ਜਾ ਕੇ ਦਿੱਲੀ ਦੇ ਝੁੱਗੀ ਬਸਤੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਜਦੋਂ ਦੇ ਇੱਥੇ ਕਿਸਾਨਾਂ ਨੇ ਧਰਨਾ ਲਾਇਆ ਸਾਨੂੰ ਰੋਟੀ ਚੱਜ ਦੀ ਰੱਜ ਕੇ ਉਦੋਂ ਨਸੀਬ ਹੋਣ ਲੱਗੀ ਹੈ। ਕਿ ਇਹ ਲੋਕ ਟੈਰਰਿਸਟ ਨੇ? ਜਦੋਂ ਵੱਖ-ਵੱਖ ਸਟੇਟਾਂ ਦੇ ਵਿੱਚ, ਵੱਖ-ਵੱਖ ਮੁਲਕਾਂ ਦੇ ਵਿੱਚ ਚਾਹੇ ਹੜ੍ਹ ਹੁੰਦਾ, ਚਾਹੇ ਕੋਈ ਭੁਚਾਲ ਹੁੰਦਾ ਜਾਂ ਕੋਈ ਆਪਦਾ ਆਉਂਦੀ ਹੈ, ਇਹੀ ਖਾਲਸਾ ਐਡ, ਜਿਹੜਾ ਖਾਲਸਾ ਐਡ ਨੂੰ ਅੱਜ ਇਹਨਾਂ ਨੇ ਕੁਝ ਵਿਕਾਊ ਮੀਡੀਆ ਨੇ ਕਹਿਤਾ ਜੀ ਇਹ ਟੈਰਰਿਸਟ ਨੇ। ਕਿਸਾਨ ਜੇ ਅਸੀਂ ਆਪਣੀ ਹੱਕ ਦੀ ਆਵਾਜ਼ ਉਠਾਉਂਦਾ ਉਹ ਕਹਿੰਦੇ ਇਹ ਵੀ ਟੈਰਰਿਸਟ ਨੇ। ਜੇ ਅਗਰ ਖਾਲਸਾ ਐਡ ਟੈਰਰਿਸਟ ਹੈ, ਕਿਸਾਨ ਵੀ ਟੈਰਰਿਸਟ ਹੈ, ਇਹਦਾ ਮਤਲਬ ਸਾਰਾ ਭਾਰਤੀ ਟੈਰਰਿਸਟ ਹੈ, ਕਿਉਂਕਿ ਅੰਨਦਾਤਾ ਜਿਹੜਾ ਹੈਗਾ ਉਹਦੇ ਨਾਲ ਮਜ਼ਦੂਰ ਵਰਗ ਵੀ ਜੁੜਿਆ ਹੋਇਆ ਤੇ ਮਜ਼ਦੂਰੀ ਦੇ ਕਰਨ ਵਾਲੇ ਕਰੋੜਾਂ ਦੁਨੀਆ ਹੈਗੀ ਇੰਡੀਆ ਦੇ ਵਿੱਚ। ਇਸ ਕਰਕੇ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਕਿਸਾਨਾਂ ਦੇ ਜਿਹੜੇ ਜੋ ਹੱਕ ਨੇ, ਜੋ ਸਾਡੀਆਂ ਮੰਗਾਂ ਨੇ, ਸਾਨੂੰ ਮਿਲਣੇ ਚਾਹੀਦੇ ਨੇ। ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਗੋਦੀ ਮੀਡੀਆ ਜਿਹੜਾ ਹੈਗਾ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਬਹੁਤ ਕੁਝ ਜਿਹੜਾ ਹੈਗਾ ਉਹ ਬੋਲ ਰਿਹਾ, ਲੇਕਿਨ ਕੁਝ ਸਮਾਂ ਇਸ ਤਰ੍ਹਾਂ ਸੀ ਕਿ ਉਹ ਜਿਹੜੇ ਸੋਸ਼ਲ ਮੀਡੀਆ ਦੇ, ਚਾਹੇ ਹੁਣ ਅਸੀਂ ਤੁਹਾਡਾ ਵੀ ਇੰਟਰਵਿਊ ਇਹਦੇ 'ਤੇ ਕਰ ਰਹੇ ਹਾਂ, ਲੇਕਿਨ ਸੋਸ਼ਲ ਮੀਡੀਆ ਦੇ ਜਿਹੜੇ ਚੈਨਲ ਜਿੰਨੇ ਵੀ ਹੈਗੇ ਆ YouTube 'ਤੇ ਜਾਂ ਅਸੀਂ ਦੇਖ ਰਹੇ ਹਾਂ ਬਹੁਤ ਸਾਰੀ ਹੋਰ ਵੀ ਕੁਝ ਸਾਈਟਸ ਹੈਗੀਆਂ, ਲੇਕਿਨ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਹੈਗਾ ਕਿ ਨੀਵਾਂ ਗਿਣਿਆ ਜਾਂਦਾ ਸੀ ਕਿ ਇੱਕ ਛੋਟੇ ਚੈਨਲ ਨੇ, ਲੇਕਿਨ ਇਹ ਛੋਟੇ ਹੀ ਚੈਨਲ ਜਿਹੜੇ ਹੈਗੇ ਆ ਇੱਕ ਕਿਸਾਨਾਂ ਦੀ ਆਵਾਜ਼ ਬਣ ਕੇ ਅੱਜ ਸਾਰੇ ਸੰਸਾਰ ਦੇ ਵਿੱਚ ਜਿਹੜਾ ਹੈਗਾ ਆਪਣਾ ਕੰਮ ਕਰ ਰਹੇ ਨੇ। ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਤਾਂ ਧੰਨਵਾਦੀ ਹਾਂ ਉਹ ਸੋਸ਼ਲ ਮੀਡੀਆ ਦਾ, ਤੇ ਜਿਹੜੇ ਚੰਗੇ ਜਿਹੜੇ ਮੀਡੀਆ ਦੇ ਮੇਰੇ ਵੀਰ ਭਰਾ ਬਜ਼ੁਰਗ ਜਿਹੜੇ ਨੇ ਉੱਥੇ ਸੇਵਾਵਾਂ ਨਿਭਾ ਰਹੇ ਨੇ ਤੇ ਸੱਚ ਦਿਖਾ ਰਹੇ ਨੇ, ਕਿਉਂਕਿ ਅੱਜ ਸੱਚ ਦਿਖਾਉਣ ਦਾ ਵੇਲਾ। ਜੇ ਅਸੀਂ ਕਿਸਾਨ ਦੇ ਨਾਲ, ਦੇਸ਼ ਦੇ ਮਜ਼ਦੂਰ ਦੇ ਨਾਲ ਨਾ ਖਲੋ ਸਕੇ ਤੇ ਮੈਂ ਕਹਿੰਦਾ ਲੱਖ ਲਾਹਨਤ ਤਾਂ ਸਾਡੇ ਇਨਸਾਨ ਹੋਣ ਤੇ ਸਾਡੇ ਮਨੁੱਖਤਾ ਕਾਹਦੀ ਹੈ ਜੇ ਅਸੀਂ ਵਿਕੇ ਹੋਏ ਲੋਕਾਂ ਦੇ ਵੱਲ ਖਲੋਗੇ। ਅੱਜ ਜੇ ਲੋਕ ਲੱਖਾਂ ਦੀ ਤਾਦਾਦ 'ਚ ਪੰਜਾਬ 'ਚ ਜੀਓ ਦੇ ਕਨੈਕਸ਼ਨ ਕਟਾ ਰਹੇ ਨੇ ਕਿਉਂਕਿ ਸਰਕਾਰਾਂ ਨੂੰ ਸੇਕ ਲੱਗ ਰਿਹਾ ਵੀ ਮੋਦੀ ਸਾਹਿਬ ਕਿਉਂ ਉੱਥੋਂ ਕਹਿ ਰਹੇ ਆ ਵੀ ਕਿਉਂ ਤੁਸੀਂ ਦੇਸ਼ ਦੀ ਸੰਪत्ति ਨੂੰ ਨੁਕਸਾਨ ਪਹੁੰਚਾ ਰਹੇ ਹੋ। ਮੈਂ ਇੱਕ ਸਵਾਲ ਕਰੂੰਗਾ ਮੋਦੀ ਸਾਹਿਬ ਜੀ, ਤੁਸੀਂ ਕਹਿ ਰਹੇ ਹੋ ਦੇਸ਼ ਦੀ ਸੰਪत्ति ਨੂੰ ਨੁਕਸਾਨ ਪਹੁੰਚਾ ਰਹੇ ਹੈ, ਜਦੋਂ ਪੰਜਾਬ ਦਾ ਕਿਸਾਨ ਸ਼ਾਂਤੀਪੂਰਵਕ ਆਪਣੀ ਮੰਗ ਰੱਖਣ ਦੇ ਲਈ ਇੱਥੋਂ ਚਾਲੇ ਪਾਉਂਦਾ ਦਿੱਲੀ ਨੂੰ, ਕਿਉਂ ਰਾਹ ਦੇ ਵਿੱਚ ਖੱਟੜ ਸਰਕਾਰਾਂ ਜਿਹੜੀਆਂ ਸੜਕਾਂ ਤੜਾਉਂਦੀਆਂ ਉਹ ਦੇਸ਼ ਦੀ ਸੰਪत्ति ਨੂੰ ਉਦੋਂ ਨੁਕਸਾਨ ਨਹੀਂ ਹੁੰਦਾ? ਉਦੋਂ ਵੀ ਨੁਕਸਾਨ ਹੁੰਦਾ, ਲੇਕਿਨ ਜਿਹੜਾ ਤੁਹਾਡੇ ਹੁਕਮ 'ਚ ਹੁੰਦਾ ਉਹ ਸਹੀ ਹੈ, ਜਿਹੜਾ ਤੁਹਾਡੇ ਹੁਕਮ 'ਚ ਨਹੀਂਗਾ ਉਹ ਗਲਤ ਹੈ। ਇਸ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ ਤੇ ਜਿਹੜੀ ਤਾਨਾਸ਼ਾਹੀ ਬੰਦ ਹੋਵੇ। ਮੇਰਾ ਆਖਰੀ ਸਵਾਲ ਹੈ ਜੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਜੇ ਕਿ ਜਿਹੜਾ ਸੰਘਰਸ਼ ਚੱਲ ਰਿਹਾ ਲਗਾਤਾਰ, ਔਰ ਕਿਸ ਤਰ੍ਹਾਂ ਹੋਰ ਵੀ ਲੋਕਾਂ ਨੂੰ ਇਹਦੇ ਵਿੱਚ ਆਉਣਾ ਚਾਹੀਦਾ ਹੈ? ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਪਹਿਲਾਂ ਤਾਂ ਸਿਜਦਾ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਧੰਨ ਨੇ, ਜਿਹੜੇ ਇੰਨੀਆਂ ਠੰਡੀਆਂ ਰਾਤਾਂ ਦੇ ਵਿੱਚ ਉੱਥੇ ਬੈਠੇ ਨੇ, ਜਿੱਥੇ ਆਪ ਆਪਣਾ ਢਿੱਡ ਭਰ ਰਹੇ ਨੇ, ਉੱਥੇ
ਲੱਖਾਂ ਹੋਰ ਜਿਹੜੇ ਦਿੱਲੀ 'ਚੋਂ ਵੀ ਲੋਕ ਉਹ ਤਾਂ ਵਿਚਾਰੇ ਇਹ ਵੀ ਨਹੀਂ ਪੁੱਛ ਰਹੇ ਤੁਸੀਂ ਕਿਹੜੇ ਧਰਮ ਦੇ ਹੋ, ਕਿਹੜੇ ਜਾਤ ਪਾਤ ਦੇ ਹੋ। ਮੈਂ ਤਾਂ ਕਹਿੰਦਾ ਇਸ ਮਾਹੌਲ ਨੇ ਇੱਕ ਨਵੀਂ ਕ੍ਰਾਂਤੀ ਲਿਆ ਦਿੱਤੀ ਹੈ। ਸਾਰੇ ਪੰਜਾਬ ਦੇ ਵਿੱਚ ਨਹੀਂ, ਸਾਰੇ ਇੰਡੀਆ ਦੇ ਵਿੱਚ ਜਾਤਾਂ ਪਾਤਾਂ ਦੇ ਭੇਦਭਾਵ ਖਤਮ ਹੁੰਦੇ ਜਾਂਦੇ ਨੇ। ਇੱਕੋ ਚੁੱਲ੍ਹੇ ਤੇ ਹਰਿਆਣੇ ਦੀਆਂ, ਰਾਜਸਥਾਨ ਦੀਆਂ, ਪੰਜਾਬ ਦੀਆਂ ਰੋਟੀਆਂ ਪੱਕ ਰਹੀਆਂ। ਤੇ ਇਹ ਜਿਹੜੇ ਮੈਂ ਹੋਰ ਲੋਕਾਂ ਨੂੰ ਕਹੂੰਗਾ ਕਿ ਨਾਲ ਜੁੜ ਕੇ ਉੱਥੇ ਕਿਸਾਨਾਂ ਦੇ ਨਾਲ ਖਲੋਣ ਤਾਂ ਕਿ ਜਿਹੜੇ ਸਾਡੇ ਬਣਦੇ ਅਧਿਕਾਰ ਆ ਸਾਨੂੰ ਮਿਲਣ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਇਹ ਸਨ ਗੁਰਪ੍ਰੀਤ ਜੀ ਔਰ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਇਸ ਚੀਜ਼ ਨੂੰ ਇੱਕ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਦੇ ਜਿਹੜੇ ਹੱਕ ਹੈ ਉਹਨਾਂ ਨੂੰ ਵੀ ਮਿਲਣੇ ਚਾਹੀਦੇ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ, ਬੋਲੀ ਹੋਲੀ ਬਾਬਾ ਚੈਨਲ, ਅੰਮ੍ਰਿਤਸਰ।